ਇੱਕ ਟਿਕਾਣਾ ਹੈ ਹੇਮਕੁੰਟ। ਸੱਤ ਸ੍ਰਿੰਗ ਵੀ ਆਖਦੇ ਹਨ। ਸੈਂਕੜੇ ਚੋਟੀਆਂ ਪਰ ਵਿਸ਼ੇਸ਼ ਹਨ ਸੱਤ, ਜੋ ਸੋਭ ਰਹੀਆਂ ਹਨ ਸੱਤੇ ਹੀ ਬਰਫ਼ ਦੇ ਟਿਕਾਓ ਨਾਲ, ਮਾਨੋ ਚਾਂਦੀ ਦੇ ਕਲਸ਼ ਬਣ ਰਹੀਆਂ ਹਨ। ਅੰਮ੍ਰਿਤ ਵੇਲੇ ਦਾ ਚੰਦਰਮਾ ਲੋਪ ਹੋ ਰਿਹਾ ਹੈ, ਸਵੇਰਾ ਆ ਰਿਹਾ ਹੈ, ਪਉ ਫੁਟਾਲਾ ਹੋ ਗਿਆ ਹੈ। ਅੱਜ ਆਕਾਸ਼ ਨਿਰਮਲ ਹੈ, ਪੂਰੇ ਵੱਲ ਲਾਲੀ ਫਿਰ ਗਈ ਹੈ। ਇਸ ਲਾਲੀ ਦਾ ਅਕਸ ਹਿਮ ਬਰਫ਼ ਦੀਆਂ ਚੋਟੀਆਂ 'ਤੇ ਪੈ ਰਿਹਾ ਹੈ। ਸੂਰਜ ਦੀ ਟਿੱਕੀ ਸਾਰੀ ਬਾਹਰ ਨਿਕਲ ਆਈ ਜੀ, ਹੁਣ ਉੱਚੀ ਹੋ ਆਈ ਜੀ। ਸਭੇ ਚੋਟੀਆਂ ਸੋਨੇ ਵਾਂਗ ਚਮਕ ਪਈਆਂ। ਉਧਰੋਂ ਸੂਰਜ ਦੇ ਛੁਆ, ਇੱਧਰੋਂ ਇੰਨਾ ਪਰ ਪੈਂਦੇ ਸੂਰਜ ਦੇ ਛੁਆਵਾਂ ਦਾ ਇੱਕ ਦੂਸਰੇ ਦੇ ਵਿੱਚ ਪਰਤਵਾਂ ਲਿਸ਼ਕਾਰਾ ਦੇ ਕੇ ਪੈਣਾ ਇੱਕ ਦਰਸ਼ਨ ਹੈ, ਜੋ ਸੋਨੇ ਦੀ ਚਮਕ ਦਾ ਨਜ਼ਾਰਾ ਅੱਖਾਂ ਅੱਗੇ ਦਿੰਦਾ ਹੈ। ਬਰਫਾਨੀ ਚੋਟੀਆਂ ਦੇ ਹੇਠਾਂ ਵਿਚਕਾਏ ਜੇ ਇੱਕ ਨਿਵਾਣ ਹੈ, ਇੱਕ ਪੱਧਰਾ ਜਿਹਾ ਥਾਂ। ਇਸ ਥਾਂ ਦੇ ਵਿਚਕਾਰ ਇੱਕ ਪਾਣੀ ਦਾ ਡਲ। ਕਾਦਰ ਦੀਆਂ ਕੁਦਰਤਾਂ ਬਰਫਾਂ ਦੇ ਘਰ ਵਿੱਚ ਤੱਕੋ ਕਿ ਪਾਣੀ ਦਾ ਡਲ ਖੜਾ ਹੈ, ਜਿਸ ਵਿੱਚ ਇੱਕ ਛੋਟੀ ਜਿਹੀ ਰੌਣ ਨਿਕਲ ਕੇ ਕਈ ਮੀਲ ਹੇਠਾਂ ਜਾ ਕੇ ਅਲਕਨੰਦਾ ਵਿੱਚ ਜਾ ਮਿਲਦੀ ਹੈ। ਅਸਚਰਜ ਵੇਖੋ, ਬਰਫਾਂ ਦੇ ਘਰ ਵਿੱਚ ਇਸ ਡਲ ਦਾ ਪਾਣੀ ਖਲੋਤਾ ਨਹੀਂ, ਸਗੋਂ ਵਿੱਚੋਂ ਵਹਿ ਕੇ ਨਿਕਲਦਾ ਹੈ। ਬਰਫ਼ ਜਿੰਨਾ ਠੰਡਾ ਪਾਣੀ ਵੀ ਨਹੀਂ ਕਿ ਜਾਣੀਏ ਹੇਠਾਂ ਕੋਈ ਗਰਮ ਚਸ਼ਮਾ ਹੈ, ਜੋ ਪਾਣੀ ਨੂੰ ਬਰਫ਼ ਨਾਲੋਂ ਕੁਝ ਨਿੱਘਾ ਰੱਖਦਾ ਹੈ। ਇਸ ਬਰਫਾਨੀ ਥਾਂ ਪਾਣੀ ਦੇ ਕਈ ਹੋਰ ਝਰਨੇ ਹਨ। ਇੱਥੇ ਗੁਫਾ ਦੇ ਵੀ ਕਈ ਟਿਕਾਣੇ ਜਿਹੇ ਹਨ। ਪੁਰਾਤਨ ਸਮਿਆਂ ਵਿੱਚ ਤਪ ਕਰਨ ਵਾਲੇ ਤਪੀ ਇੱਥੇ ਆ ਕੇ ਰਹਿੰਦੇ ਸਨ। ਇਸ ਥਾਂ 'ਤੇ ਪਈ ਬਰਫ਼ ਗਰਮੀ ਬਰਸਾਤ ਵਿੱਚ ਪੰਗਰ ਤੁਰਦੀ ਹੈ। ਨਾਨਾ ਤਰ੍ਹਾਂ ਦੇ ਫੁੱਲ ਖਿੜਦੇ ਹਨ। ਤਪੇ ਲੋਕ ਸਿਆਲੇ ਹੇਠ ਪੰਡੂਕੇਸ਼ਵਰ ਤੇ ਹੋਰ ਨੇੜੇ ਤੇੜੇ ਦੇ ਥਾਈਂ ਰਹਿੰਦੇ ਹਨ ਤੇ ਹੁਨਾਲ ਬਰਸਾਤ ਵਿੱਚ ਵਾਦੀ ਵਿੱਚ ਤਪ ਕਰਦੇ ਹੁੰਦੇ ਸਨ। ਪਹਾੜੀਆਂ ਦੇ ਸਿਰੰਗਾਂ 'ਤੇ ਸਿਆਲ ਹੁਨਾਲ ਚੜ੍ਹਦੇ ਸੂਰਜ ਦੀ ਲਾਲੀ ਕੁਛ ਐਸੀ ਪਰਤਵੀਂ ਪੈਂਦੀ ਹੈ ਕਿ ਲਾਲੀ ਦਾ ਜਲਵਾ ਸਾਰਿਆਂ ਨੂੰ ਹੀ ਪਰੋ ਲੈਂਦਾ ਹੈ। ਅੱਜ ਹੀ ਅਸੀਂ ਸੂਰਜ ਚੰਗੇ ਚੜ੍ਹ ਆਏ, ਪਰ ਕੀ ਵੇਖਦੇ ਹਾਂ ਕਿ ਇੱਕ ਗੁਫਾ ਦੇ ਅੰਦਰ ਇੱਕ ਲੰਮੇ ਪਤਲੀ ਡੀਲ ਦੇ ਤਪਸਵੀ ਨੇਤਰ ਮੂੰਦ ਸਮਾਧੀ ਵਿੱਚ ਬੈਠੇ ਹਨ। ਸਰੀਰ ਉੱਪਰ ਨਾਮ ਮਾਤਰ ਮਾਸ ਹੈ, ਸੂਖਮ ਜਿਹਾ ਪਿੰਜਰ ਜਾਪਦਾ ਹੈ, ਉੱਪਰ ਪੋਚਾ ਮਾਤਰ ਤਵਚਾ ਹੈ, ਪਰ ਕ੍ਰਾਂਤੀ ਵਿੱਚ ਇਸ ਹਾਲਤ ਵਿੱਚ ਵੀ ਆਬਾ ਹੈ, ਬਲ ਵਾਲਾ ਤੇਜ ਹੈ। ਬੜਾ ਉਗਰ ਤਪ ਕੀਤਾ ਹੈ, ਸੋਚ ਮੰਡਲ ਲੰਘ ਗਏ ਹਨ, ਲਿਵਲੀਨ ਰਹਿੰਦੇ ਹਨ, ਪਰ ਅਜੇ ਉਹਦੇ ਰੂਪ ਵਿੱਚ ਦਵੈ ਤੇ ਏਕ ਰੂਪ ਵਾਲੇ ਰੰਗਲੀਨ ਹੋਣਾ ਲੋਚਦੇ ਹਨ, ਜਿਸਨੇ ਆਪਣੇ ਅਰੂਪ ਰੂਪ ਵਿੱਚੋਂ ਉਹਨਾਂ ਨੂੰ ਰੂਪਵਾਨ ਕਰਕੇ ਪਹਿਲਾਂ ਬਖਸ਼ਿਸ਼ ਕਰਕੇ ਫਿਰ ਕਿਸੇ ਹੁਕਮੀ ਜੋਜ ਵਿੱਚ ਤਪ ਕਰਨ ਲਈ ਲਾਇਆ ਸੀ। ਦੇਖੋ, ਆਸਮਾਨ ਦੀਆਂ ਹਵਾਵਾਂ ਦੇ ਅਬਖਰੇ ਜੁੜ ਜੁੜ ਕੇ ਫਿਰ ਇਕੱਠੇ ਹੋ ਰਹੇ ਹਨ ਤੇ ਸੂਰਜ ਫਿਰ ਗੁੰਮ ਹੋ ਗਿਆ ਹੈ। ਪੱਥਰ ਪਹਾੜ ਸਭ ਇਕਾਗਰ ਹਨ, ਆਵਾਜ਼ ਤੱਕ ਨਹੀਂ ਹੈ। ਉਧਰ ਤਪਸਵੀ ਜੀ ਦੀ ਸੂਰਤ ਚੱਲੀ ਜੇ, ਜਿਉਂ ਜਲ ਮੇਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਰਸ ਰੰਗ ਦੇ ਦੇਸ ਸੂਰਤ ਗਈ, ਆਨੰਦ ਘਰ ਪਹੁੰਚੀ, ਅੰਤ ਤੇ ਅਨੰਤ ਦੀ ਸਰਹੱਦ ਤੇ ਅਪੜੀ। ਅੱਗੇ ਕਈ ਵਾਰ ਅਪੜੀ ਸੀ, ਪਰ ਅੱਜ ਅਨੰਤ ਵਿੱਚੋਂ ਕੋਈ ਹੁਲਾਰਾ ਵੱਜਾ, ਐਸਾ ਵੱਜਾ ਕਿ ਅੰਤ ਦੀ ਅਣੀ ਤੋਂ ਖਿੱਚ ਕੇ ਅਨੰਤ ਵਿੱਚ ਲੈ ਗਿਆ। ਹੁਣ ਕੋਈ ਕੀ ਥੋ ਦੱਸੇ। ਅਨੰਤ ਦਾ ਥੋ ਅੰਤ ਵਾਲੀ ਜੀਭ ਨਾਲ ਦੱਸਣਾ ਤੇ ਅੰਤ ਵਾਲੇ ਕੰਨਾਂ ਨਾਲ ਸੁਣਨਾ ਤੇ ਅੰਤ ਵਾਲੇ ਮਨ ਨਾਲ ਸਮਝਣਾ ਕਰੜਾ ਸਾਰੇ। ਪਰ ਸਾਡੀ ਸਮਝ ਗੋਚਰਾ ਉਸ ਦਸ਼ਾ ਦਾ ਵਰਣਨ ਇਉਂ ਹੋ ਸਕਦਾ ਹੈ ਕਿ ਜਾਣ ਵਾਲੇ ਮਹਾਂਪੁਰਖ ਜੀ ਨੂੰ ਇਹ ਤਜਰਬਾ ਹੋਇਆ ਕਿ ਅਨੰਤ ਕੋਈ ਨਿਰਜੀਵ ਤੇ ਜੜ ਬੇਅੰਤਤਾਈ ਨਹੀਂ, ਪਰ ਸਵੰਭ ਸੁੱਤੇ ਪ੍ਰਕਾਸ਼ ਚੇਤਨਤਾ ਹੈ। ਉਹ ਅਨੰਤ ਕੋਈ ਜਿੰਦ ਰਹਿਤ ਨਾ ਮੁੱਕਣ ਵਾਲਾ ਸਮਾਂ ਨਹੀਂ, ਪਰ ਚੇਤਨ ਵਜੂਦ ਵਾਲਾ, ਹੋਂਦ ਵਾਲਾ, ਮੂਰਤ ਅਮੂਰਤ ਅਕਾਲ ਮੂਰਤ ਹੈ। ਉਹ ਅਨੰਤ ਕੋਈ ਇੱਕ ਰਸ ਰਹਿਣ ਵਾਲੀ ਮੁਦਰਾ ਤੱਤਾਂ ਦੀ ਦਸ਼ਾ ਜਾਂ ਅਦਸ਼ਾ ਨਹੀਂ, ਪਰ ਅਜੂਨੀ ਅਨਾਦ ਅਨੰਤ ਚੇਤਨ ਸਰੂਪਤਾ ਤੇ ਆਨੰਦ ਸਰੂਪਤਾ ਹੈ। ਪਰ ਇਉਂ ਨਾ ਜਿਉਂ ਅਸੀਂ ਸਮਝਦੇ ਹਾਂ, ਇਉਂ ਜਿਉਂ ਅਸੀਂ ਨਹੀਂ ਸਮਝਦੇ, ਪਰ ਅਨੰਤ ਆਪ ਸਮਝਦਾ ਹੈ। ਨਿਰਵਿਕਾਰ ਇੱਕ ਰਸ, ਉਸ ਵਿੱਚ ਗਈ ਸੂਰਤ ਨੂੰ ਮਾਨੋ ਅਚੰਭਾ ਹੋ ਰਿਹਾ ਏ ਕਿ ਪਾਰ ਬ੍ਰਹਮ ਪੂਰਨ ਬ੍ਰਹਮ ਵਿੱਚ ਉਸਦੀ ਹੋਂਦ, ਉਹਦੀ ਗਿਆਤ, ਉਸੇ ਦੇ ਆਨੰਦ ਤੇ ਪ੍ਰੇਮ ਤੋਂ ਸਿਵਾ ਕੋਈ ਹੋਰ ਖੇਡ ਵੀ ਵਸਦੀ ਹੈ, ਜਿਸ ਨਾਲ ਉਹ ਅਕਰੈ ਦਾ ਅਕਰੈ ਹੈ, ਪਰ ਫਿਰ ਸਰਬ ਕਿਰਿਆ ਉਸੇ ਤੋਂ ਹਨ। ਹਾਂ, ਨਿਰਅੰਗ ਹੈ, ਪਰ ਸਹੰਸ ਨੈਣਾ ਵਾਲਾ ਚੋਜੀ ਹੋ ਕੇ ਸਾਰੇ ਨੈਣਾ ਦੀ ਜੋਤ ਉਹ ਆਪ ਹੈ। ਅਲੇਪ ਹੈ,
ਪਰ ਸਾਰਾ ਅਡੰਬਰ ਉਸੇ ਤੋਂ ਤੇ ਉਸੇ ਦੇ ਵਿੱਚ ਹੈ। ਆਪ ਦੇਖਦੇ ਹਨ ਕਿ ਅਨੰਤ ਵਿੱਚ ਇੱਕ ਕ੍ਰਿਸ਼ਮਾ ਹੈ, ਪਰ ਫਿਰ ਅਨੰਤ ਅਨੰਤ ਹੀ ਹੈ। ਉਹ ਅਨੰਤ ਅੰਤ ਵਿੱਚ ਨਹੀਂ ਆਉਂਦਾ। ਉਹਦੇ ਕਰਨੇ ਦੇ ਵਿਚਾਰ ਵੀ ਅਨੰਤਤਾਈ ਦੀ ਇੱਕ ਗਤੀ ਹਨ। ਕੋਈ ਕ੍ਰਿਸ਼ਮਾ ਹਨ ਜੋ ਸਾਡੇ ਵਿਚਾਰ ਤੋਂ ਪਰੇ ਹਨ। ਇਸ ਕ੍ਰਿਸ਼ਮੇ ਦਾ ਨਾਮ ਹੁਕਮ ਹੈ। ਉਸ ਵੇਲੇ ਪ੍ਰਤਾਪ ਜੋਤੀ ਜੀ ਨੂੰ ਮਾਨੋ ਇਹ ਖਿਆਲ ਆਇਆ ਕਿ ਧਰਤੀ ਦੇ ਦਾਨੀ ਅਨੰਤ ਦੀ ਹੱਦਬੰਦੀ ਕਿਕੂ ਕਰਿਆ ਕਰਦੇ ਹਨ। ਆਪ ਹੱਦ ਵਾਲੇ ਹੋ ਕੇ ਬੇਹੱਦ ਕਰਨ ਦੇ ਵਿਚਾਰਾਂ ਨੂੰ ਆਪਣੇ ਕਰਨੇ ਦੇ ਵਿਚਾਰਾਂ ਦੇ ਤੁਲਿਆ ਕਿਕੂ ਮਿਥ ਲਿਆ ਕਰਦੇ ਹਨ। ਇਹ ਜੋ ਆਪ ਅਨੰਤ ਹੈ, ਇਹਦੇ ਕਰਨੇ ਦੇ ਵਿਚਾਰ ਵੀ ਅਨੰਤ ਹਨ। ਜੇ ਕੋਈ ਇਸ ਨੂੰ ਸਮਝਣਾ ਤੇ ਕਹਿਣਾ ਅਸੰਭਵ ਹੈ, ਤਿਵੇਂ ਇਸ ਦੇ ਕਰਨੇ ਦੇ ਵਿਚਾਰਾਂ ਨੂੰ ਕਹਿਣਾ ਤੇ ਸਮਝਣਾ ਅਸੰਭਵ ਹੈ। ਜੇ ਧਰਤੀ ਦੇ ਦਾਨੇ ਨੇੜੇ ਹੀ ਤੱਕਣ ਤਾਂ ਉੱਥੇ ਵੀ ਤਾਂ ਸਮੁੰਦਰ ਇੱਕ ਜਲ ਸਰੂਪ ਹੈ, ਪਰ ਉਸ ਸਮੁੰਦਰ ਵਿੱਚ ਵੀ ਧਰਤੀ ਵਾਂਗ ਦਰਿਆ ਚੱਲਦੇ ਹਨ। ਉਸ ਇੱਕੋ ਸਮੁੰਦਰ ਵਿੱਚ ਜੋ ਸਿਰ ਤੋਂ ਪੈਰਾਂ ਤੱਕ ਜਲ ਹੀ ਜਲ ਹੈ, ਉਸ ਵਿੱਚ ਅਨੇਕ ਤਰ੍ਹਾਂ ਦੇ ਰੌਂ ਚੱਲਦੇ ਹਨ। ਫਿਰ ਸਭ ਸਮੁੰਦਰ ਰੂਪ ਹੈ। ਇਸੇ ਤਰ੍ਹਾਂ ਇਸ ਅਨੰਤ ਵਿੱਚ ਸਰਬ ਅਨੰਤ ਹੀ ਅਨੰਤ ਹੈ। ਪਰ ਵੇਖੋ ਇੱਕ ਖੇਲ ਹੁਕਮ, ਔਰ ਉਹ ਵੀ ਅਨੰਤ ਹੀ ਹੈ। ਆਪ ਸੱਚ ਹੈ ਤੇ ਆਪ ਦੇ ਕਰਨੇ ਤੇ ਵਿਚਾਰ ਵੀ ਸਤ ਸਰੂਪ ਹਨ। ਸਰੂਪ ਤੇ ਹੁਕਮ ਦੂਏ ਇਕੱਠ ਹਨ। ਇਸ ਅਚੰਭੇ ਤੋਂ ਮਗਰੋਂ ਆਪ ਵੇਖਦੇ ਹਨ ਕਿ ਇਹ ਹੁਕਮ ਕਹਿ ਰਿਹਾ ਹੈ ਕਿ ਤੂੰ ਮਾਤਲੋਕ ਵਿੱਚ ਜਾ ਔਰ ਉੱਥੇ ਜਾ ਕੇ ਚੜ੍ਹਦੀ ਕਲਾ ਦਾ ਬੰਦਾ ਸਿਰੇ ਚੜ੍ਹ। ਆਪ ਹੋ ਕੇ ਦੱਸ ਕੇ ਸਿਖਾ ਕੇ ਮੁਕੰਮਲ ਕਰ ਖਾਲਸਾ, ਜੋ ਚੜ੍ਹਦੀ ਕਲਾ ਦੇ ਆਦਰਸ਼ ਦਾ ਨਮੂਨਾ ਹੋਵੇ। ਜੋ ਮੈਂ ਇਨਸਾਨ ਨੂੰ ਬਣਾਇਆ ਸੀ ਧਰਤੀ ਦਾ ਸਰਦਾਰ, ਉਹ ਝਵੀ ਖਾ ਰਿਹਾ ਏ। ਤੂੰ ਨਮੂਨਾ ਹੋ ਕੇ ਦੱਸ, ਗੁਰੂ ਹੋ ਕੇ ਸਿਖਾ, ਪਿਤਾ ਹੋ ਕੇ ਆਪਣੇ ਬਲ ਤੇ ਪਿਆਰ ਨਾਲ ਪਾਲ, ਤਾਂ ਜੋ ਧਰਤੀ ਸੁਖੀ ਹੋਵੇ। ਇਹ ਹੁਕਮ ਪਾ ਕੇ ਮਨ ਨੂੰ ਆਪ ਘਬਰਾਏ। ਜਨਮਾਂ ਤਪ ਕਰਕੇ ਮਹਾਕਾਲ ਅਕਾਲ ਦੀ ਆਰਾਧਨਾ ਕਰਕੇ ਅੱਜ ਅਕਾਲ ਆਦੇਸ਼ ਅਨੰਤ ਪੂਰਨ ਵਿੱਚ ਵਾਸਾ ਮਿਲਿਆ ਸੀ। ਪਰ ਅੱਜ ਅਕਾਲ ਅਨੰਤ ਵਿੱਚੋਂ ਹੁਕਮ ਦਾ ਕ੍ਰਿਸ਼ਮਾ ਆਖਦਾ ਹੈ, ਮਾਤਲੋਕ ਜਾਓ ਤੇ ਕੰਮ ਕਰੋ। ਕਿ ਆਦਰਸ਼ਕ ਬੰਦਾ ਪੈਦਾ ਕਰੋ ਹੈ, ਜਿਹਦੇ ਪੈਦਾ ਕਰਨ ਵਿੱਚ ਬੜੇ ਬੜੇ ਲੋਕ ਹੋ ਮੁੜੇ। ਉਹ ਮੈਂ ਕਰਾਂ, ਪਰ ਮੈਂ ਕੀ ਕਰਾਂ ਹੈ। ਪਰ ਹੁਕਮ ਉਲਟਾਣਾ ਵੀ ਪ੍ਰੇਮ ਨਹੀਂ, ਧਰਮ ਨਹੀਂ, ਸੰਭਵ ਨਹੀਂ। ਤਾਂ ਤੇ ਇੱਥੇ ਹੀ ਤਾਂ ਇਹ ਮੰਗ ਲਈਏ। ਸੋ ਆਪ ਜੀ ਨੇ ਅਰਜ਼ ਕੀਤੀ, ਹੇ ਅਨੰਤ, ਆਪ ਦਾ ਹੁਕਮ ਜਗਤ ਵਿੱਚ ਬਜਾ ਲਿਆਉਣ ਵਾਲਾ ਕੌਣ ਹਾਂ ਮੈਂ? ਜੇ ਤੂੰ ਮੇਰੀ ਮੈਂ ਵਿੱਚ ਉੱਥੇ ਚੱਲ ਕੇ ਵਸੇ, ਜੇ ਇਹ ਮਿਲਾਪ ਜੋ ਅੱਜ ਹੋਇਆ ਏ ਨਾ ਖੁੱਸੇ, ਮੈਂ ਵਿੱਚ ਤੂੰ ਤੇ ਤੂੰ ਵਿੱਚ ਮੈਂ ਰਹੇ। ਅਨੰਤ ਜਿਸ ਵਿੱਚ ਮੇਰੀ ਇਸ ਵੇਲੇ ਗਮਤਾ ਹੈ, ਮੇਰੇ ਵਿੱਚ ਰਹੇ, ਜੁਦਾਈ ਨਾ ਪਵੇ ਤੇ ਇਹ ਅਨੰਤ ਮੇਰੇ ਹਰ ਹਾਲ ਸਹਾਈ ਹੋਵੇ, ਤਾਂ ਹੁਕਮ ਦੀ ਕਮਾਈ ਵਿੱਚ ਤਪੀ ਤਿਆਰ ਹੈ। ਹੁਕਮੀ ਨੇ ਪ੍ਰਕਾਸ਼ ਕੀਤਾ, ਮੈਂ ਤੇਰੇ ਵਿੱਚ ਤੂੰ ਮੇਰੇ ਵਿੱਚ, ਪਰਸਪਰ ਇਹ ਮੇਲ, ਇਹ ਏਕਤਾ ਸਦਾ ਸਥਿਰ ਹੈ, ਕਦੇ ਟੁੱਟ ਨਹੀਂ ਸਕਦੀ। ਜਗਤ ਵਿੱਚ ਮੈਂ ਤੇਰਾ ਸਹਾਈ, ਜੀ ਕੋ ਪਿਤਾ ਉਥੇ ਪੁੱਤਰ ਦਾ ਸਹਾਈ ਹੈ, ਤੀਕਰ ਮੈਂ ਤੇਰਾ ਸਹਾਈ ਹੋਵਾਂਗਾ। ਹਾਂ, ਤੇਰੇ ਕਰਮ ਮੇਰੇ, ਤੇਰੇ ਵਿੱਚ ਪਵਿੱਤਰਤਾ ਮੇਰੀ, ਤੈਨੂੰ ਲੇਪ ਛੇਪ ਨਹੀਂ ਲੱਗੇਗਾ। ਤੂੰ ਪੁੱਤਰ, ਮੈਂ ਪਿਤਾ ਹੋਵਾਂਗਾ। ਹੁਣ ਦੁਪਹਿਰ ਹੋ ਆਈ। ਬਰਫਾਨੀ ਹੇਮਕੁੰਟ ਦੀਆਂ ਚੋਟੀਆਂ ਉੱਪਰ ਸੂਰਜ ਦੀਆਂ ਨਿੱਕੀਆਂ ਨਿੱਕੀਆਂ ਕਿਰਨਾਂ ਅਜੇ ਭੇਜ ਹੀ ਰਿਹਾ ਸੀ ਕਿ ਤਪਸਵੀ ਜੀ ਦੇ ਨੈਣ ਖੁੱਲ੍ਹੇ। ਬਿਸਮਾਦ ਹੈ, ਅਦਭੁਤ ਹੈ, ਪਰਮ ਅਦਭੁਤ ਹੈ। ਰਸ ਭਰੇ ਨੈਣਾਂ ਦੇ ਛੱਪਰ ਖੁੱਲ੍ਹਦੇ ਹਨ, ਡਿੱਗਦੇ ਹਨ। ਕਦੇ ਉਸ ਅਨੰਤ ਦੇ ਝਲਕੇ ਦੇ ਹੁਲਾਰੇ ਵੱਜਦੇ ਹਨ, ਕਦੇ ਬਾਹਰ ਦਿਸਦੇ ਨਜ਼ਾਰੇ ਦਾ ਵਿਸਮਾਦ ਤੇ ਸਿਫਤ ਸਲਾਹ ਦਾ ਚਰਨਾਟਾ ਛਿੜਦਾ ਹੈ। ਕਦੇ ਚੁੱਪ ਅਡੋਲਤਾ ਦਾ ਇੱਕ ਸੁਖਦਾਈ ਲਹਿਰਾ ਛਾਉਂਦਾ ਹੈ, ਤੇ ਕਦੇ ਕਿਸੇ ਵੇਲੇ ਠੰਡੇ ਸੀਤ ਤੇ ਨਿੱਕੀ ਨਿੱਕੀ ਰੁਮਕ ਰਹੀ ਪਾਉਣ ਦਾ ਸੀਤਲਤਾ ਲਾ ਦੇਣ ਵਾਲਾ ਝੁੱਕਾ ਜਿਹਾ ਵੀ ਸਰੀਰ ਨੂੰ ਪਾਸਦਾ ਹੈ। ਘੰਟਾ ਕੁ ਭਰ ਇਸੇ ਤਰ੍ਹਾਂ ਦੇ ਰੰਗ ਵਿੱਚ ਰਹਿ ਕੇ ਆਪ ਉੱਠੇ। ਹੁਕਮ ਦਾ ਨਕਸ਼ਾ ਅੱਖਾਂ ਅੱਗੇ ਹੈ। ਮਹਾਕਾਲ ਅਕਾਲ ਦੇ ਉਗਰ ਤਪਾਂ ਦੇ ਮਗਰੋਂ ਅਨੰਤ ਦੀ ਪ੍ਰਾਪਤੀ ਤੇ ਅਨੰਤ ਵਿੱਚ ਬਿਸਮਾਦ ਦਾ ਸੰਕਲਪ ਸੀ। ਪਰ ਹੁਕਮ, ਹਾਂ ਹੁਕਮ ਆਖਦਾ ਏ,
ਹੇਮਕੁੰਟ ਦੀ ਇਕਾਂਤ ਵੀ ਨਹੀਂ। ਮਾਤਲੋਕ ਦੀ ਵੀ ਔਖੇ ਥਾਂ ਜਾ ਕੇ ਕੰਮ ਕਰੋ। ਨਮੂਨੇ ਦਾ ਮਰਦ ਬਣਾਓ ਜੋ ਸੁਖਦਾਤਾ ਹੋਵੇ। ਜੀਓ ਤੱਕੀਏ ਤਾਂ ਸਹੀ ਮਾਤਲੋਕ ਵਿੱਚ ਕੀ ਹੈ ਤੇ ਕਿੱਥੇ ਜਾਣਾ ਹੈ। ਤਦ ਆਪਨੇ ਨਜ਼ਰ ਪਾਈ ਕੀ ਦੇਖਦੇ ਹਨ, ਹਿੰਦੁਸਤਾਨ ਹੈ, ਔਰੰਗਜ਼ੇਬ ਤਖਤ ਪਰ ਹੈ। ਪ੍ਰਜਾ ਹਿੰਦੂ ਮੁਸਲਮਾਨ ਅਨੇਕ ਮਤਾਂਤਰਾਂ ਦੀ ਹੈ। ਅੰਧਕਾਰ ਛਾ ਰਿਹਾ ਹੈ। ਆਮ ਵਿਦਿਆ ਦੇ ਦਰਵਾਜ਼ੇ ਬੰਦ ਹਨ। ਹਿੰਦੂਆਂ ਵਿੱਚ ਡਰ, ਵਹਿਮ, ਕਾਇਰਤਾ ਛਾ ਰਹੀ ਹੈ। ਮੁਸਲਮਾਨਾਂ ਵਿੱਚ ਧੱਕਾ, ਅਵਿਦਿਆ, ਭਰਮ, ਜ਼ੋਰ ਜ਼ੁਲਮ ਵਰਤ ਰਿਹਾ ਹੈ। ਦੀਨਦਾਰਾਂ ਤੇ ਪੰਡਤਾਂ ਵਿੱਚ ਝਗੜੇ, ਖਹਿ ਮਰਨਾ ਜ਼ੋਰਾਂ ਪਰ ਹੈ। ਸ੍ਰਿਸ਼ਟੀ ਕਮਜ਼ੋਰ ਤੇ ਨਿਤਾਣੀ ਹੈ। ਹਾਂ, ਪ੍ਰਜਾ ਦੁਖੀ ਹੈ, ਅਤ ਦੁਖੀ ਹੈ। ਔਰੰਗਜ਼ੇਬ ਦਰਬਾਰ ਵਿੱਚ ਬੈਠਾ ਹੈ। ਪਿਓ ਨੂੰ ਕੈਦ ਪਾਇਆ ਹੈ। ਵੱਡੇ ਭਰਾ ਦਾਰਾ ਦਾ ਸਿਰ ਵੱਢ ਕੇ ਪੇਸ਼ ਹੁੰਦਾ ਹੈ। ਹੁਕਮ ਦਿੰਦਾ ਹੈ, ਖੂਬ ਮੂੰਹ ਧੋ ਕੇ ਸਾਫ਼ ਕਰੋ। ਫਿਰ ਪਛਾਣਦਾ ਹਾਂ, ਠੀਕ ਦਾਰਾ ਹੈ। ਦਿਲ ਵਿੱਚ ਠੰਡ ਪੈਂਦੀ ਏ। ਫਿਰ ਅੱਖਾਂ ਵਿੱਚ ਹੰਝੂ ਭਰਦਾ ਹੈ। ਇੱਕ ਪਿਓ ਦੇ ਪੁੱਤਰ ਇਕੱਠੇ ਖੇਡੇ ਪਲੇ ਸੇ। ਵਾਹ ਪਾਤਸ਼ਾਹੀ! ਇੱਕ ਭਰਾ ਕਾਤਲ, ਇੱਕ ਮਕਤੂਲ। ਇੱਕ ਭਰਾ ਤਖਤ ਬੈਠੇ ਦੇ ਸਾਹਮਣੇ ਦੂਜੇ ਭਰਾ ਦਾ ਸਿਰ ਤਾਸ਼ ਵਿੱਚ ਪਿਆ ਹੈ। ਰਾਜ ਪਿਆਰੇ ਰਾਜਿਆਂ, ਵੀਰ ਦੁਪਹਿਰਿਆਰੇ। ਜੀ ਹਾਂ, ਔਰੰਗਜ਼ੇਬ ਨੇ ਫਤਿਹ ਪਾ ਲਈ। ਸਾਰੇ ਭਰਾ ਜੇਲ੍ਹ ਕਰ ਲਏ। ਪਾਤਸ਼ਾਹ ਹੋ ਗਿਆ। ਸ਼ੁਕਰਾਨੇ ਵਿੱਚ ਦਿੱਲੀ ਦੀ ਮਸਜਿਦ ਬਣੀ ਹੈ। ਜੀ ਹਾਂ, ਮਜ਼ਹਬ ਦਾ ਚੋਗਾ ਆਪਣੇ ਦਿਲਾਂ ਦੇ ਔਰ ਖਲਕਤ ਦੇ ਵਿਚਕਾਰ ਤਾਣ ਰਿਹਾ ਹੈ। ਉਸ ਕਾਮਯਾਬੀ ਲਈ ਜੋ ਆਪਣੀ ਬਦੀ ਨਾਲ ਉਸਨੂੰ ਹੋਈ ਹੈ, ਉਹ ਰੱਬ ਦਾ ਸ਼ੁਕਰ ਕਰ ਰਿਹਾ ਹੈ। ਉੱਧਰ ਭਰਾ ਦੇ ਰਿਸ਼ਤੇਦਾਰ ਕਤਲ ਕੀਤੇ ਜਾ ਰਹੇ ਹਨ। ਇੱਧਰ ਮਸਜਿਦ ਉਸਾਰੀ ਜਾ ਰਹੀ ਹੈ। ਇਹ ਰੱਬ ਦਾ ਸ਼ੁਕਰੀਆ ਹੈ। ਹਿੰਦ ਦਾ ਪਾਤਸ਼ਾਹ ਫਕੀਰੀ ਲਿਬਾਸ ਵਿੱਚ ਮਸੀਤੇ ਆਉਂਦਾ ਹੈ ਤੇ ਇਮਾਮ ਦਾ ਕੰਮ ਕਰਦਾ ਹੈ। ਪਰ ਹਾਂ, ਇੱਕ ਪਾਸੇ ਉਹਦਾ ਹੱਥ ਦੁਆ ਵਿੱਚ ਖੁਦਾ ਵੱਲ ਉੱਠ ਰਿਹਾ ਹੈ ਤੇ ਦੂਜੇ ਪਾਸੇ ਉਸਦਾ ਦੂਸਰਾ ਹੱਥ ਆਪਣੇ ਰਿਸ਼ਤੇਦਾਰਾਂ ਦੇ ਕਤਲਨਾਮਿਆਂ ਪਰ ਦਸਤਖਤ ਕਰ ਰਿਹਾ ਹੈ। ਇਹ ਰਿਆਕਾਰ ਪਾਤਸ਼ਾਹ ਬਾਜੇ ਦੰਬੇ ਫਕੀਰਾਂ ਦਾ ਚੰਗਾ ਸਾਥੀ ਬਣਦਾ ਜਾ ਰਿਹਾ ਹੈ। ਦਰਬਾਰ ਲੱਗਾ ਹੈ। ਸੁਲੇਮਾਨ ਔਰੰਗਜ਼ੇਬ ਦੇ ਪੇਸ਼ ਹੁੰਦਾ ਹੈ। ਅਰਜ਼ ਕਰਦਾ ਹੈ, ਮੈਨੂੰ ਦਵਾਈਆਂ ਪਿਆ ਕੇ ਖੁਆਰ ਕਰਨ ਦੀ ਥਾਂ ਇੱਕਦਮ ਮਾਰ ਦਿੱਤਾ ਜਾਏ। ਸਭ ਦਰਬਾਰੀ ਰੋਂਦੇ ਹਨ। ਔਰੰਗਜ਼ੇਬ ਤਰਸ ਕਰਦਾ ਹੈ ਤੇ ਇਕਰਾਰ ਕਰਦਾ ਹੈ ਕਿ ਤੂੰ ਸਲਾਮਤ ਤੇ ਖੁਸ਼ਹਾਲ ਰਹੇਗਾ। ਦਰਬਾਰ ਵਿੱਚ ਇੱਕ ਪਰਦੇਸੀ ਬਰਨੀਅਰ ਵੀ ਬੈਠਾ ਹੈ। ਉਹਦੇ ਸਾਹਮਣੇ ਬਚਨ ਹੁੰਦੇ ਹਨ, ਪਰ ਔਰੰਗਜ਼ੇਬ ਦਾ ਬਚਨ ਟੁੱਟਦਾ ਹੈ। ਸੁਲੇਮਾਨ ਤੇ ਉਹਦਾ ਭਾਈ ਤੇ ਮੁਰਾਦ ਦਾ ਛੋਟਾ ਲੜਕਾ ਤਰੈ ਗਵਾਲੀਅਰ ਵਿੱਚ ਥੋੜ੍ਹੇ ਚਿਰ ਬਾਅਦ ਮਾਰੇ ਜਾਂਦੇ ਹਨ। ਔਰੰਗਜ਼ੇਬ ਨੂੰ ਸੂਕੜਾ ਚੜ੍ਹਦਾ ਹੈ, ਭਾਵੇਂ ਮੇਰੇ ਭਰਾ ਮੁਰਾਦ ਨੇ ਜੁਰਮ ਕੋਈ ਨਹੀਂ ਕੀਤਾ, ਪਰ ਉਹਦਾ ਜਿਉਣਾ ਚੰਗਾ ਨਹੀਂ। ਇੱਕ ਆਦਮੀ ਗੁਜਰਾਤ ਤੋਂ ਮੰਗਵਾਇਆ ਜਾਂਦਾ ਹੈ। ਉਹ ਆ ਕੇ ਅਰਜ਼ੀ ਪਾਉਂਦਾ ਹੈ ਕਿ ਸ਼ਹਿਜ਼ਾਦਾ ਮੁਰਾਦ ਨੇ, ਜਦੋਂ ਉਹ ਗੁਜਰਾਤ ਦਾ ਸੂਬੇਦਾਰ ਸੀ, ਮੇਰੇ ਪਿਓ ਨੂੰ ਮਰਵਾ ਦਿੱਤਾ ਸੀ। ਤਦੋਂ ਨਾ ਮਾਤਰ ਮੁਕੱਦਮਾ ਕਰਕੇ ਮੁਰਾਦ ਆਪਣੇ ਕੈਦਖਾਨੇ ਵਿੱਚ ਹੀ ਕਤਲ ਕਰਵਾ ਦਿੱਤਾ ਜਾਂਦਾ ਹੈ। ਔਰੰਗਜ਼ੇਬ ਦੇ ਹੁਕਮ ਨਾਲ ਹਿੰਦੂਆਂ 'ਤੇ ਜਜ਼ੀਆ ਲੱਗ ਰਿਹਾ ਹੈ। ਹੁਕਮ ਹੋ ਰਿਹਾ ਹੈ ਪਰ ਵਿਸ਼ਟੇ ਸੰਮਤ ਨਾ ਵਰਤਿਆ ਜਾਏ। ਇਹ ਸੂਰਜ ਉਪਾਸਕਾਂ ਦਾ ਤਰੀਕਾ ਹੈ। ਸੋ ਚੰਦਰਮਾ ਵਾਲਾ ਸਮਾਂ ਸ਼ੁਰੂ ਹੋਇਆ। ਭਾਵੇਂ ਇਹਦੇ ਵਿੱਚ ਕਿੰਨੇ ਨੁਕਸ ਸਨ। ਬੁੱਤ ਪ੍ਰਸਤੀ ਦੇ ਤਿਉਹਾਰ ਹੁਕਮਨ ਬੰਦ ਕੀਤੇ ਗਏ, ਜਿਨ੍ਹਾਂ ਨੂੰ ਜਰਾ ਦਿਖਾਵੇ ਨਾਲ ਮਨਾਇਆ ਜਾਂਦਾ ਸੀ। ਹਿੰਦੂ ਤਿਉਹਾਰਾਂ ਪਰ ਮੇਲੇ ਬੰਦ ਕਰ ਦਿੱਤੇ ਗਏ। ਸੜਕਾਂ 'ਤੇ ਮਹਿਸੂਲ ਵਧਾ ਦਿੱਤੇ। ਰਾਗ, ਨਾਚ, ਭੰਡ ਤੇ ਮਹਿਲਾਂ ਦੇ ਗਏ ਰਾਗੀ ਸਭ ਦੇ ਵਿਰੁੱਧ ਹੁਕਮ ਹੋ ਗਿਆ। ਕਵੀ ਤੇ ਜੋਤਸ਼ੀ ਮੌਕੂਫ ਕੀਤੇ ਗਏ। ਕਵਿਤਾ ਰਚਨੀ ਜਾਂ ਪੜ੍ਹਨੀ ਬੰਦ ਕਰ ਦਿੱਤੀ ਗਈ। ਇਤਿਹਾਸ ਲਿਖਣ ਦੀ ਮਨਾਹੀ ਕਰ ਦਿੱਤੀ ਗਈ। ਮੁਕੱਦਮੇ ਮੁਸਲਮਾਨੀ ਸ਼ਰ੍ਹਾ ਅਨੁਸਾਰ ਕਰੋ। ਇਸੇ ਤਰ੍ਹਾਂ ਦੇ ਹੁਕਮ ਦੇ ਰਿਹਾ ਹੈ। ਹਾਂ, ਔਰੰਗਜ਼ੇਬ ਫਰਮਾਨ ਜਾਰੀ ਕਰ ਰਿਹਾ ਹੈ ਕਿ ਹਿੰਦੂਆਂ ਨੂੰ ਸਰਕਾਰੀ ਅਹੁਦੇ ਨਾ ਦਿਓ, ਸਭ ਪਰ ਮੁਸਲਮਾਨ ਰੱਖੋ। ਔਰੰਗਜ਼ੇਬ ਮਸੀਤੇ ਜਾ ਰਿਹਾ ਹੈ। ਹਿੰਦੂ ਬਾਜ਼ਾਰਾਂ ਵਿੱਚ ਅਰਜ਼ ਕਰਨ ਲਈ ਖੜ੍ਹੇ ਹਨ ਕਿ ਜਜ਼ੀਆ ਮਾਫ਼ ਕੀਤਾ ਜਾਏ। ਬਾਜ਼ਾਰ ਭਰੇ ਪਏ ਹਨ, ਰਸਤਾ ਨਹੀਂ ਹੈ। ਹੁਕਮ ਹੁੰਦਾ ਹੈ ਕੂਚ। ਹਾਥੀ ਔਰ ਘੋੜੇ ਦੌੜ ਪੈਂਦੇ ਹਨ ਤੇ ਖਲਕਤ ਨੂੰ ਕੁਚਲਦੇ ਲੰਘ ਜਾਂਦੇ ਹਨ। ਪਾਤਸ਼ਾਹ ਨੂੰ ਦੀਨ ਦਾ ਹੱਠ ਪੈ ਗਿਆ ਹੈ।
ਨਾ ਨਿਰਾ ਹਿੰਦੂਆਂ ਦੇ ਉਲਟ ਸਗੋਂ ਸ਼ੀਆ ਮੁਸਲਮਾਨਾਂ ਤੇ ਸੂਫੀਆਂ ਦੇ ਉਲਟ ਵੀ। ਕੋਮਲ ਉਨਰਾ ਦੀ ਤਬਾਹੀ ਲਈ ਪਾਤਸ਼ਾਹ ਨੇ ਲੱਠ ਫੜ ਲਈ ਏ, ਔਰ ਵਿਦਿਆ ਦੇ ਆਮ ਪ੍ਰਚਾਰ ਦਾ ਕੋਈ ਵਸੀਲਾ ਨਹੀਂ। ਇਹੀ ਹੁੰਦਾ ਹੈ ਜਦ ਕੋਈ ਪਾਤਸ਼ਾਹ ਇੱਕ ਫਲ ਜਬਰਨ ਤੋੜੇ ਤਾਂ ਉਹਦੀ ਸੈਨਾ ਬਾਗਾਂ ਦੇ ਬਾਗ ਉਜਾੜ ਕੱਢਦੀ ਹੈ। ਜਦੋਂ ਪਾਤਸ਼ਾਹ ਨੇ ਹਿੰਦੂਆਂ ਦੇ ਵੱਡੇ ਵੱਡੇ ਮੰਦਰ ਗਿਰਾ ਕੇ ਮਸਜਿਦਾਂ ਬਣਾ ਦਿੱਤੀਆਂ, ਤਦ ਸੂਬਿਆਂ ਤੇ ਛੋਟੇ ਅਫਸਰਾਂ ਦੇ ਇਲਾਕਿਆਂ ਵਿੱਚ ਵਰਤੇ ਅਨਿਆਏ ਦਾ ਅੰਦਾਜ਼ਾ ਕਿਕਣ ਹੋ ਸਕਦਾ ਹੈ। ਕੱਲ੍ਹ ਕੀ ਇਸ ਤਰ੍ਹਾਂ ਜੋ ਕੁਝ ਵੀ ਦੇਸ਼ ਵਿੱਚ ਵਰਤ ਰਿਹਾ ਸੀ ਤੇ ਵਰਤਣ ਵਾਲਾ ਸੀ, ਸਾਰਾ ਤਪੱਸਵੀ ਜੀ ਨੇ ਵੇਖ ਲਿਆ। ਇਹਨਾਂ ਨੇ ਤੱਕ ਲਿਆ ਕਿ ਇੱਕ ਪਾਸੇ ਤਾਂ ਤ੍ਰਿਸ਼ਨਾਲੂ ਮਨਾਂ ਨੂੰ ਵੈਰ ਭੈ ਤੇ ਅਵਿਦਿਆ ਨੇ ਨਕਾਰੇ ਤੇ ਕਾਇਰ ਕਰ ਦਿੱਤਾ ਹੈ, ਦੂਜੇ ਪਾਸੇ ਤ੍ਰਿਸ਼ਨਾ ਨੇ ਲੋਕਾਂ ਨੂੰ ਨਿਰਦਈ ਤੇ ਧੱਕੇਖੋਰ ਬਣਾ ਦਿੱਤਾ ਹੈ। ਰੱਬ ਦਾ ਮਨੁੱਖ ਜਾਂ ਰੱਬ ਦਾ ਬੰਦਾ ਜਾਂ ਆਦਰਸ਼ਕ ਆਦਮੀ ਕੋਈ ਦਿਸਦਾ ਹੀ ਨਹੀਂ। ਇੱਕ ਆਦਮੀ ਦਾ ਨਮੂਨਾ ਜਾਂ ਵਾਹਿਗੁਰੂ ਵਾਂਛਤ ਨਮੂਨੇ ਦਾ ਆਦਮੀ ਜਾਂ ਐਸਾ ਨਮੂਨਾ ਜੈਸਾ ਇਨਸਾਨ ਕੇ ਕਾਦਰ ਦੀ ਕੁਦਰਤ ਚਾਹੁੰਦੀ ਹੈ ਬਣਾ ਦਿਖਾਉਣਾ, ਇਹ ਮਹਾ ਕਠਨ ਕੰਮ ਤਪੱਸਵੀ ਜੀ ਨੇ ਆਪਣੇ ਅੱਗੇ ਡਿੱਠਾ। ਪ੍ਰਜਾ ਦੇ ਦਿਲਾਂ ਦਾ ਨਕਸ਼ਾ ਕਮਜ਼ੋਰੀ, ਗਿਰਾਓ। ਪਾਤਸ਼ਾਹਾਂ ਦੇ ਦਿਲਾਂ ਦਾ ਨਕਸ਼ਾ ਤੰਗ ਦਿਲੀ, ਸਖਤੀ, ਧੱਕਾ ਦੇਣਾ, ਪੈ ਦੇਣਾ, ਜਲਣਾ, ਪੁੱਜਣਾ, ਇਹ ਸਭ ਕੁਝ ਅੱਖੀਂ ਡਿੱਠਾ। अब सोची पै गए कि अनंत की प्राप्ति पर साढ़े हिस्से कितना कठिन काम आ गया है। पर हुक्म का उत्साह आप नूं तैयारी विच ला रहा है। सुरत अनंत के चरनां विच खूब रखी है ते बल दा तेज जो आप विच है आप नूं किसी संकोच जां भै विच नहीं पा रहा। यह हुक्म विच हौमे तो अतीत ताईं